ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ, ਇਹ ਮੇਰੇ ਵਿਚਾਰਾਂ ਦੀ ਵੀਡੀਓ ਬੜੇ ਧਿਆਨ ਨਾਲ ਸੁਣਨਾ। ਸਤਿਗੁਰੂ ਪਾਤਸ਼ਾਹ ਜੀ ਦਾ ਹੁਕਮ ਹੈ, ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕਰ का पयो, जिसका सबस आधारो, जे को खावै जे को पुंचै, तिसका होए उधारो। जे को खावै, खावै भाव श्रवण करना। जे कोई गुरबाणी नूं सुन लवे, श्रवण करना। जे को पुंचै, पुंचै कहते ने हजम कर लेना, बर्दाश्त कर लेना, रज जाना। जे को खावै जो को पुंचै, तिसका होए उधारो, उसका उस जीव का उधार हो जाता है। ख्याल करियो, सतगुरु पातशाह जी का फरमान है, ए सरवणो मेरियो, साचा सुनने नूं पठाए, साचा सुनने नूं पठाए, शरीर लाए सुनो सत बाणी। हे सरवणो, सरवण करना नूं आख्या सतगुरु जी ने बाणी विच। ए सरवणो मेरियो, हे सरवणो, तुसी सच सुनन वास्ते शरीर दे नाल तुहानूं लाया गया है। जे को खावै, खावै कहंदे ने जो को सुन लवे, जो को पुंचै, जो को रज जावे, हाजम कर लवे, बर्दाश्त कर लवे। सतगुरु जी का तोड़ है, तिसका होए उधारो, उदा उधार हो जाता है, संसार सागर तो पार उतारा हो जाता है। भोजन मुख राही शरीर की खुराक बनता है। ख्याल करियो, भोजन मुख राही शरीर की खुराक बनता है, शरीर तंदुरुस्त होंदा है। भजन कन्ना राही शरीर के अंदर जाता है, आत्मा की खुराक बनता है। भजन कन्ना राही शरीर के अंदर जाता है, आत्मा की खुराक बनता है। यही धर्म है। कन्ना राही भजन खुराक बन के आत्मा तक पहुँचे, शरीर की खुराक है। अन्न आत्मा की खुराक है नाम। जे को खावै जे को पुंचै, तिसका होए उधारो। ख्याल करना, खुराक बन के आत्मा तक पहुँचे, वही धर्म है। शरीर की खुराक है हंकार का भोजन। मनुख हर वेले हंकार करता है, जो असीं हर समय हंकार ही खाते हाँ। आत्मा की खुराक है आत्मा तक भोजन जाना, नाम का श्रवणा कन्ना राही जीवन मुक्त होना। भजन सूक्ष्म शरीर की लोड़ है। भजन सूक्ष्म शरीर की लोड़ है, स्थूल शरीर की लोड़ नहीं। स्थूल शरीर की लोड़ है अन्न। अन्न मुख राही अंदर जाता है। भजन नाम कन्ना राही अंदर जाता है, आत्मा नूं पहुँचता है। आत्मा का भोजन आत्मा तक लैके जाण दा तरीका जुगती सुरत है। सुरत का अर्थ है सिर्फ सुनना। सुरत सिर्फ सुनना, सुरत समझना, सुरत जुड़ना। ये तीन स्टेजां हैं सुरत दियाँ, स्रोत पैदा होण दियाँ। गुरबाणी नानक भगतां सदा विगास, सुनिया दुख पाप का नास। दुखा पापां का नाश तद ही हो सकता है जेकर श्रवणा राही कन्ना राही नाम अंदर जावेगा। नहीं तो बेचैनी बेगुरा मन, मन ही खोटा है, खोट कमाउंदा है। नानक भगतां सदा विगास, सुनिया दुख पाप का नाश। जेकर दुखों का नाश नहीं होया,
ਅਸੀਂ ਗੁਰਬਾਣੀ ਨਹੀਂ ਸੁਣੀ, ਪਾਪਾਂ ਦਾ ਨਾਸ ਹੀ ਨਹੀਂ ਹੋਵੇਗਾ। ਅਸੀਂ ਗੁਰਬਾਣੀ ਨੂੰ ਸੁਣ ਨਹੀਂ ਸਕੇ, ਸਮਝ ਨਹੀਂ ਸਕੇ, ਗੁਰਬਾਣੀ ਨਾਲ ਜੋੜ ਨਹੀਂ ਸਕੇ। ਸੁਰਤ ਦਾ ਅਰਥ ਸੁਣਨਾ, ਸਮਝਣਾ, ਜੁੜਨਾ, ਇਹ ਰਸਤਾ ਹੈ ਮੋਕਸ਼ ਪ੍ਰਾਪਤੀ ਦਾ। ਮੋਕਸ਼ ਪ੍ਰਾਪਤੀ ਦਾ ਇੱਕੋ ਹੀ ਰਸਤਾ ਹੈ, ਸੁਣਨਾ, ਸਮਝਣਾ, ਜੁੜਨਾ, ਆਤਮਾ ਤੱਕ ਨਾਮ ਅੰਦਰ ਜਾਵੇ, ਇੱਕੋ ਹੀ ਰਸਤਾ ਹੈ। ਬੁੱਧੀਜੀਵੀ ਮਨੁੱਖ ਦੀ ਇੱਕੋ ਹੀ ਪਛਾਣ ਹੈ। ਬੁੱਧੀਜੀਵੀ ਮਨੁੱਖ ਦੀ ਇੱਕ ਹੀ ਪਛਾਣ ਹੈ। ਬੁੱਧੀਜੀਵੀ ਮਨੁੱਖ ਇੱਕ ਹੀ ਬਾਤ ਜਾਣਦਾ ਹੈ। ਬੁੱਧੀਜੀਵੀ ਮਨੁੱਖ ਬਹੁਤ ਬਾਤਾਂ ਨਹੀਂ ਜਾਣਦਾ, ਇੱਕ ਨੂੰ ਜਾਣਦਾ ਹੈ। ਉਸ ਇੱਕ ਨੂੰ ਜਾਣ ਲੈਣਾ ਬੁੱਧੀਮਾਨ ਮਨੁੱਖ ਦਾ ਸਾਰਾ ਜਾਣਨਾ ਹੈ। ਇੱਕ ਨੂੰ ਜਾਣਨਾ, ਇੱਕ ਦੀ ਹੀ ਬਾਤ ਕਰਦਾ ਹੈ, ਇੱਕ ਦੀ ਹੀ ਬਾਤ ਬੋਲਦਾ ਹੈ, ਇੱਕ ਦੀ ਹੀ ਬਾਤ ਸੁਣਦਾ ਹੈ, ਇੱਕ ਦੀ ਹੀ ਬਾਤ ਸੁਣਾਉਂਦਾ ਹੈ। ਦੂਸਰੀ ਬਾਤ ਨਹੀਂ ਸੁਣਦਾ ਬੁੱਧੀਜੀਵੀ ਜੀਵ। ਨਾ ਦੂਜੀ ਬਾਤ ਕਰਦਾ ਹੈ, ਨਾ ਦੂਜੀ ਬਾਤ ਜਾਣਦਾ ਹੈ। ਉਹੀ ਧਰਮੀ ਹੈ, ਉਹੀ ਗੁਰੂ ਕਾ ਸਿੱਖ ਹੈ, ਉਹੀ ਸੰਤ ਹੈ। ਤੇ ਸੰਤ ਭਲੇ ਗੁਰਸਿੱਖ ਹੈ, ਜਿਨ ਨਾਹੀ ਚਿੰਤ ਪਰਾਈ ਚੁਖਾ। ਇਹੀ ਸੱਚਾ ਧਰਮ ਹੈ। ਉਦਿਆਲਕ ਰਿਸ਼ੀ ਦਾ ਬੇਟਾ ਸਵੇਤ ਕੇਤੂ ਸਭ ਕੁਝ ਜਾਣ ਕੇ, ਪੜ੍ਹ ਕੇ, ਸਮਝ ਕੇ ਘਰ ਵਾਪਸ ਆਇਆ। ਪਿਤਾ ਨੇ ਪੁੱਛਿਆ, ਕੀ ਜਾਣ ਕੇ ਆਇਆ ਹੈ ਬੇਟਾ? ਪਿਤਾ ਜੀ ਨੂੰ ਸਵੇਤ ਕੇਤੂ ਕਹਿੰਦਾ ਹੈ, ਹੇ ਪਿਤਾ ਜੀ, ਮੈਂ ਬਹੁਤ ਕੁਛ ਪੜ੍ਹ ਕੇ ਆਇਆ ਹਾਂ, ਬਹੁਤ ਕੁਛ ਜਾਣ ਕੇ ਆਇਆ ਹਾਂ। 4 ਵੇਦ ਪੜ੍ਹੇ ਹਨ, 6 ਸ਼ਾਸਤਰ ਪੜ੍ਹੇ ਹਨ, 18 ਪੁਰਾਣ, 27 ਸਿਮਰਤੀਆਂ, 33 ਕਰੋੜ ਦੇਵਤਿਆਂ ਬਾਰੇ, ਵਿਸ਼ਵ ਦੇ ਸਾਰੇ ਧਰਮ ਪੜ੍ਹ ਕੇ ਪ੍ਰਵਕਤਾ ਬਣ ਕੇ ਵਿਸ਼ਵ ਰਤਨ ਖਿਤਾਬ ਲੈ ਕੇ ਆਇਆ ਹਾਂ। ਸਭ ਕੁਝ ਜਾਣ ਕੇ ਆਇਆ ਹਾਂ, ਪ੍ਰਮਾਣ ਪੱਤਰ ਲੈ ਕੇ ਆਇਆ ਹਾਂ। ਪਿਤਾ ਨੇ ਕਿਹਾ, ਬੇਟਾ ਇੱਕ ਗੱਲ ਹੀ ਪੁੱਛ ਰਿਹਾ ਹਾਂ, ਕੀ ਸਰੋਤਾ ਬਣ ਕੇ ਆਇਆ ਹੈ? ਆਪਣੇ ਆਪ ਵਿੱਚ ਸਰੋਤ ਪੈਦਾ ਕੀਤੀ ਹੈ ਕਿ ਨਹੀਂ? ਕਿਉਂ ਸਰੋਤ ਨਾਲ ਹੀ ਉਸ ਇੱਕ ਨੂੰ ਜਾਣਿਆ ਜਾਂਦਾ ਹੈ। ਸਰੋਤ ਮੈਨੇ ਸੁਣਨਾ, ਸਿਰਫ ਸੁਣਨਾ, ਸਮਝਣਾ, ਜੁੜਨਾ। ਸਰੋਤਾ ਬਣ ਕੇ ਹੀ ਉਸ ਇੱਕ ਨਾਲ ਜੁੜਿਆ ਜਾਂਦਾ ਹੈ। ਖਿਆਲ ਕਰਿਓ ਸਾਧ ਸੰਗਤ, ਜੀਵ ਜਾਣ ਸਕਦਾ ਹੈ ਉਸ ਪਰਮੇਸ਼ਰ ਨੂੰ, ਬਿਨਾਂ ਸਰੋਤ ਪੈਦਾ ਹੋਏ ਉਸ ਨਾਲ ਜੁੜ ਨਹੀਂ ਸਕਦਾ। ਬਿਨਾਂ ਸਰੋਤਾ ਬਣੇ ਉਸ ਨੂੰ ਕਈ ਜਨਮ ਨਹੀਂ ਜਾਣ ਸਕਦਾ। ਜੀਵ ਨਾ ਸਮਝ ਸਕਦਾ ਹੈ, ਨਾ ਜਾਣ ਸਕਦਾ ਹੈ। ਜੰਮਣਾ ਮਰਨਾ ਬਣਿਆ ਰਹਿੰਦਾ ਹੈ। ਗੁਰੂ ਸੰਤ ਤੋਂ ਅਸੀਂ ਸੁਣ ਕੇ, ਗੁਰੂ ਸੰਤ ਤੋਂ ਇਹ ਸੁਣ ਕੇ ਨਚਕੇਤ ਨੂੰ ਬਹੁਤ ਭਾਰੀ ਚੋਟ ਲੱਗੀ। ਜਾਣਨਾ ਜ਼ਰੂਰੀ ਹੈ ਪਿਤਾ ਜੀ, ਜਾਣਨਾ ਜ਼ਰੂਰੀ ਹੈ। ਹਾਂ ਬੇਟਾ, ਉਸ ਇੱਕ ਨੂੰ ਜਾਣਨਾ ਜ਼ਰੂਰੀ ਹੈ। ਉਸ ਇੱਕ ਨੂੰ ਜਾਣਨ ਬਾਰੇ ਗੁਰੂ ਨੇ ਮੇਰੇ ਨਾਲ ਬਾਤ ਹੀ ਨਹੀਂ ਕੀਤੀ। ਨਚਕੇਤ ਸਵੇਤ ਕੇਤੂ ਆਪਣੇ ਪਿਤਾ ਉਦਿਆਲਕ ਰਿਸ਼ੀ ਨੂੰ ਕਹਿੰਦਾ ਹੈ, ਹੇ ਪਿਤਾ ਜੀ, ਉਸ ਇੱਕ ਬਾਰੇ ਮੇਰੇ ਗੁਰੂ ਨੇ ਕੋਈ ਬਾਤ ਹੀ ਨਹੀਂ ਕੀਤੀ। ਪਿਤਾ ਨੇ ਕਿਹਾ, ਦੁਬਾਰਾ ਫਿਰ ਗੁਰੂ ਪਾਸ ਜਾ। ਨਚਕੇਤਾ ਵਾਪਸ ਗੁਰੂ ਦੇ ਪਾਸ ਗਿਆ, ਕਿਉਂਕਿ ਗੁਰੂ ਨਾਨਕ ਦੇਵ ਜੀ ਦਾ ਹੁਕਮ ਇੱਕ ਓਅੰਕਾਰ ਨੂੰ ਜਾਣ ਲਵੋ, ਸਭ ਜਾਣ ਲਵੋਗੇ। ਉਸ ਇੱਕ ਨੂੰ ਜਾਣਨ ਤੋਂ ਬਿਨਾਂ ਸਭ ਨਰਕ ਹੈ। ਅਸੀਂ ਨਰਕ ਤੋਂ ਬਾਹਰ ਨਹੀਂ ਨਿਕਲ ਸਕਦੇ। ਸਾਡੀ ਪਿਆਸ ਬੁਝੇਗੀ, ਨਾ ਹੀ ਹਉਮੈ ਤੋਂ ਛੁਟਕਾਰਾ ਹੋਏਗਾ ਇੱਕ ਨੂੰ ਜਾਣਨ ਤੋਂ ਬਿਨਾਂ। ਜਦ ਤੱਕ ਉਸ ਇੱਕ ਨੂੰ ਨਹੀਂ ਜਾਣਦੇ, ਜਦ ਤੱਕ ਉਸ ਇੱਕ ਦੇ ਹੁਕਮ ਨੂੰ ਅਸੀਂ ਨਹੀਂ ਬੁੱਝ ਸਕਦੇ। ਨਾਨਕ ਹੁਕਮੈ ਜੇ ਬੁੱਝੈ, ਤਾਂ ਹਉਮੈ ਕਹਿ ਨਾ ਕੋਇ। ਜੋ ਇੱਕ ਨੂੰ ਬੁੱਝ ਲੈਂਦਾ ਹੈ, ਜੋ ਇੱਕ ਨੂੰ ਜਾਣ ਲੈਂਦਾ ਹੈ, ਉਹ ਹਉਮੈ ਦੇ ਸ਼ਬਦ ਨਹੀਂ ਮੂੰਹ 'ਚੋਂ ਬੋਲਦਾ। ਹਉਮੈ ਨਹੀਂ ਕਹਿੰਦਾ। ਹਉਮੈ ਰੋਗ
ਜਿਸ ਨੂੰ ਸਮਝ ਵਿੱਚ ਆਇਆ ਉਸ ਦਾ ਹਉਮੈ ਤੋਂ ਛੁਟਕਾਰਾ ਹੋ ਗਿਆ। ਹਉਮੈ ਬੋਲਣਾ ਭਾਵ ਕਹਿਣਾ ਮਿਟ ਗਿਆ। ਜਿਸ ਨੇ ਉਸ ਇੱਕ ਨੂੰ ਜਾਣ ਲਿਆ, ਉਸ ਇੱਕ ਦੇ ਹੁਕਮ ਨੂੰ ਬੁੱਝ ਲਿਆ। ਜਿਸ ਨੇ, ਖਿਆਲ ਕਰਿਓ, ਜਿਸ ਨੇ ਉਸ ਇੱਕ ਨੂੰ ਜਾਣ ਲਿਆ, ਉਸ ਨੇ ਇੱਕ ਦੇ ਹੁਕਮ ਨੂੰ ਬੁੱਝ ਲਿਆ। ਇੱਕ ਨੂੰ ਜਾਣ ਲਿਆ, ਸਾਰਾ ਸੰਸਾਰ ਦਾ ਗਿਆਨ ਪ੍ਰਾਪਤ ਕਰ ਲਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੇਨਤੀ ਹੈ ਸਬਸਕ੍ਰਾਈਬ ਜ਼ਰੂਰ ਕਰਨਾ ਜੀ।